ਕਿ ਜੀਵ ਦੇ ਜੀਵਨ ਦੇ ਵਿੱਚ ਜੋ ਅਹਿਮ ਗਲਤੀ ਹੈ, ਜੋ ਅਹਿਮ ਰੋਗ ਹੈ, ਉਹ ਕੀ ਹੈ ਤੇ ਉਸ ਰੋਗ ਤੋਂ ਕਿਵੇਂ ਬਚਿਆ ਜਾ ਸਕਦਾ। ਬਾਣੀ ਦੀਆਂ ਪੰਕਤੀਆਂ ਨੇ 9 ਦਰ ਸਾਜੇ ਸਾਜ ਸਜਾਏ, 10ਵਾਂ ਗੁਪਤ ਰਖਾਇਆ। ਮਨੁੱਖ ਦੇ ਸਰੀਰ ਦੇ ਵਿੱਚ 10 ਦਵਾਰ ਨੇ। ਇਹ 10 ਦਵਾਰ ਦੇ ਵਿੱਚੋਂ 9 ਦਵਾਰ ਉਹ ਨੇ, 2 ਅੱਖਾਂ, 2 ਨੱਕ, ਮੁੱਖ, 2 ਕੰਨ, ਗੁਦਾ, ਲਿੰਗ। ਇਹ 9 ਦਵਾਰ ਉਹ ਨੇ ਜਿਹੜੇ ਬਾਹਰ ਨੂੰ ਖੁੱਲ੍ਹਦੇ ਨੇ, ਔਰ ਇਹਨਾਂ ਦਵਾਰਾਂ ਤੋਂ ਹੀ ਜੀਵ ਆਪਣੇ ਜੀਵਨ ਦੇ ਵਿੱਚ ਰਸ ਲੈਂਦਾ ਹੈ, ਰਸ ਭੋਗਦਾ ਹੈ। ਪਰ ਇੱਕ 10ਵਾਂ ਦਵਾਰ ਵੀ ਹੈ, ਉਹ ਦਵਾਰ ਜਿਹਦਾ ਰਸ ਕੋਈ ਵਿਰਲਾ ਕੋਟਨ ਮੇ ਕਉ ਵੇਖ ਲੈ ਸਕਦਾ। ਅਤੇ ਉਹ ਜਿਹੜਾ ਰਸ ਹੈ ਉਹ ਮਹਾਂ ਪਰਮ, ਉਹ ਰਸ ਤੋਂ ਉੱਪਰ ਦਾ ਰਸ ਜੀਵਨ 'ਚ ਕੋਈ ਵੀ ਨਹੀਂ। ਹਰ ਜੀਵ ਉਹ 9 ਦਵਾਰਾਂ ਦਾ ਰਸ ਲੈ ਰਿਹਾ, ਅਤੇ ਕੋਈ ਵਿਰਲਾ ਸੰਤ ਜਨ ਮਹਾਂਪੁਰਸ਼ ਹੈ ਜੋ 10ਮ ਦਵਾਰ ਦਾ ਰਸ ਲੈਂਦਾ ਹੈ, ਲੈ ਸਕਦਾ ਹੈ। ਅਤੇ ਜਿਹੜੇ 9 ਦਵਾਰ ਨੇ ਇਹ ਸਾਰੇ ਬਾਹਰ ਮੁਖੀ ਨੇ। ਇਹ ਉਹ ਦਵਾਰ ਨੇ ਜਿਹੜੇ ਬਾਹਰ ਨੂੰ ਖੁੱਲ੍ਹਦੇ ਨੇ, ਔਰ ਬਾਹਰਲਾ ਰਸ ਦੁਨੀਆ ਦਾ ਉਹਦੇ ਵਿੱਚ ਸਾਨੂੰ ਵਿਲੀਨ ਰੱਖਦੇ ਨੇ। ਅਤੇ 10ਵਾਂ ਜੋ ਹੈ ਉਹ ਗੁਪਤ ਰੱਖਿਆ, ਉਹਨੂੰ ਗੁਪਤ ਰੱਖਿਆ ਹੈ, ਔਰ ਉਹ ਜਿਹੜਾ ਦਵਾਰ ਹੈ ਉਹ ਅੰਤਰਮੁਖੀ ਹੈ। ਇਕੱਲਾ ਉਹੀ ਦਵਾਰ ਹੈ ਜਿਹੜਾ ਅੰਦਰ ਨੂੰ ਖੁੱਲ੍ਹਦਾ ਹੈ, ਜੀਵ ਦੇ ਅੰਦਰ ਨੂੰ। ਇਹ ਜੋ 9 ਦਵਾਰ ਨੇ ਜੋ ਬਾਹਰ ਮੁਖੀ ਨੇ, ਬਾਹਰ ਨੂੰ ਜਾਂਦੇ ਨੇ, ਜੀਵ ਨੂੰ ਬਾਹਰ ਲੈ ਕੇ ਜਾਂਦੇ ਨੇ, ਔਰ ਇਸ ਰਸ ਕਰਕੇ ਜੀਵ ਬਾਹਰ ਹੀ ਭਟਕਦਾ ਰਹਿੰਦਾ ਹੈ, ਬਾਹਰ ਦੀ ਦੁਨੀਆ ਦੇ ਵਿੱਚ ਹੀ ਆਪਣਾ ਜੀਵਨ ਗੁਜ਼ਾਰਦਾ ਹੈ, ਜੀਵਨ ਦਾ ਨਿਰਵਾਹ ਕਰਦਾ ਹੈ। ਪਰ ਉਹ ਜਿਹਦਾ 10ਮ ਦਵਾਰ ਖੁੱਲ੍ਹ ਜਾਵੇ, ਜਿਹਨੂੰ 10ਮ ਦਵਾਰ ਦਾ ਪਤਾ ਲੱਗ ਜਾਵੇ ਗੁਰੂ ਕਿਰਪਾ ਦੇ ਨਾਲ, ਜੋ 10ਮ ਦਵਾਰ ਦਾ ਰਸ ਲੈਣ ਲੱਗ ਜਾਂਦਾ ਹੈ, ਉਸ ਜੀਵ ਦੇ ਜੀਵਨ ਦੇ ਵਿੱਚ ਜੋ ਖੁਸ਼ਹਾਲੀ ਹੈ, ਜੋ ਸੱਚਾਈ ਹੈ, ਜੋ ਸਕੂਨ ਹੈ, ਉਹ ਜੀਵ ਹੀ ਜਾਣਦਾ ਹੈ। ਪਰ ਉਹ 9 ਦਵਾਰ ਜ਼ਿਆਦਾ ਨੇ। 10ਵਾਂ ਦਵਾਰ ਆਪਣੇ ਆਪ ਦੇ ਵਿੱਚ ਇੱਕ ਇਕੱਲਾ ਦਵਾਰ ਹੈ, ਅਤੇ 9 ਦਰ ਜੋ ਹੈਗੇ ਨੇ ਉਹ ਸਾਨੂੰ ਦਿਖਦੇ ਨੇ। ਅਸੀਂ ਉਹਨਾਂ ਦੇ ਨਾਲ ਆਸਾਨੀ ਨਾਲ ਉਹਨਾਂ ਦਵਾਰਾਂ ਦਾ ਵਰਤੋਂ ਕਰ ਸਕਦੇ ਹਾਂ। ਪਰ ਇੱਕ 10ਵਾਂ ਦਵਾਰ ਹੈ ਜੋ ਦਿਖਦਾ ਨਹੀਂ ਹੈ, ਔਰ ਉਹਨੂੰ ਖੋਲ੍ਹਣਾ, ਉੱਥੇ ਤੱਕ ਪਹੁੰਚਣਾ ਉਹ ਸਾਡੀ ਮਜਬੂਰੀ ਹੈ, ਕਿਉਂਕਿ 9 ਦਰ ਜੋ ਨੇ ਉਹ ਸਾਨੂੰ ਬਾਹਰ ਨੂੰ ਤੱਕਦੇ ਨੇ, ਉਹ ਬਾਹਰ ਨੂੰ ਲੈ ਕੇ ਜਾਂਦੇ ਨੇ, ਬਾਹਰ ਦੀ ਦੁਨੀਆ ਦਾ ਰਸ ਦਿੰਦੇ ਨੇ। ਅਤੇ ਅੰਦਰ ਜਾਣ ਦੇ ਵਾਸਤੇ ਜੀਵ ਦੇ ਕੋਲ ਕੋਈ ਉਪਰਾਲਾ ਨਹੀਂ ਹੈ, ਕੋਈ ਕੋਸ਼ਿਸ਼ ਨਹੀਂ ਹੈ, ਕੋਈ ਵੀ ਜੀਵ ਅੰਦਰ ਜਾਣਾ ਨਹੀਂ ਚਾਹੁੰਦਾ। ਅਤੇ ਜੋ ਜੀਵ ਅੰਦਰ ਜਾਣ ਦੀ ਆਦਤ ਪਾ ਲਵੇ, ਜੋ ਜੀਵ ਅੰਦਰ ਜਾਣਾ ਸ਼ੁਰੂ ਕਰ ਦੇਵੇ, ਅਤੇ ਸਮਾਂ ਪੈਂਦੇ ਉਹਨੂੰ ਉਹ 9 ਦਵਾਰਾਂ ਦਾ ਰਸ ਜੋ ਹੈ ਉਹ ਫਿੱਕਾ ਲੱਗਣ ਲੱਗ ਜਾਂਦਾ ਹੈ। ਉਹਨਾਂ 9 ਦਵਾਰਾਂ ਦਾ ਜਿਹੜਾ ਰਸ ਹੈ ਉਹ ਘਟਣ ਲੱਗ ਜਾਂਦਾ ਹੈ, ਔਰ ਸਮਾਂ ਪੈਣ ਤੋਂ ਬਾਅਦ ਉਹਨੂੰ ਇੱਕੋ ਹੀ ਰਸ, ਉਹ ਜੋ 10ਮ ਦਵਾਰ ਦਾ ਰਸ ਹੈ, ਇੱਕੋ ਦਵਾਰ ਆ ਉਹ ਜੋ 10ਮ ਦਵਾਰ ਹੈ, ਜੋ ਉਸ ਸਤਿਗੁਰੂ ਦੇ ਘਰ ਤੱਕ ਪਹੁੰਚਾਉਣ ਦਾ ਮਾਰਗ ਹੈ, ਉਹ ਜੀਵ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ। ਪਰ ਇਹ ਤਾਂ ਹੁੰਦਾ ਹੈ ਜਦੋਂ ਉਹ ਜੋ 9 ਦਵਾਰਾਂ ਦਾ ਰਸ ਹੈ ਉਹ ਇੱਕੋ ਦਿਨ ਦੇ ਵਿੱਚ ਰਸ ਮੁਕਾਇਆ ਨਹੀਂ ਜਾ ਸਕਦਾ। ਉਸ ਤੋਂ ਜੀਵ ਇੱਕ ਦਿਨ ਦੇ ਵਿੱਚ ਨਹੀਂ ਦੌੜ ਸਕਦਾ। ਪਰ ਉਹ ਜੀਵ ਜੋ ਉਹ 9 ਦਵਾਰਾਂ ਦਾ ਰਸ ਲੈ ਰਿਹਾ ਹੈ, ਉਹ ਜੀਵ ਉਹ ਆਪਣੇ ਜੀਵਨ ਦੇ ਵਿੱਚ ਝਾਤੀ ਮਾਰਨ ਦੀ ਬਜਾਏ ਉਹਨਾਂ ਬਾਹਰ ਮੁਖੀ, ਬਾਹਰ ਨੂੰ ਜਾਣ ਵਾਲੇ ਦਵਾਰਾਂ ਤੋਂ ਸਿਰਫ ਬਾਹਰਲੀ ਦੁਨੀਆ ਦੇਖਦਾ ਹੈ, ਬਾਹਰਲੇ ਜੀਵਾਂ ਨੂੰ ਦੇਖਦਾ ਹੈ।
ਔਰ ਬਾਹਰਲੇ ਜੀਵਾਂ ਦੇ ਅਵਗੁਣ ਗੁਣ, ਬਾਹਰਲੀ ਦੁਨੀਆ ਦੇ ਰਸ, ਉਹਦੇ ਵਿੱਚ ਹੀ ਜੀਵ ਵਿਲੀਨ ਹੋ ਕੇ ਆਪਣਾ ਜੀਵਨ ਨਿਰਵਾਹ ਕਰਦਾ ਹੈ, ਆਪਣਾ ਜੀਵਨ ਗੁਜ਼ਾਰਦਾ ਹੈ। 100 ਚੋਂ 100, ਲੱਖ ਚੋਂ ਲੱਖ, ਕਰੋੜ ਚੋਂ ਕਰੋੜ ਜੀਵ ਉਹੀ ਰਸ ਲੱਭ ਰਿਹਾ ਹੈ, ਉਹੀ ਰਸ ਭਾਲ ਰਿਹਾ ਹੈ ਔਰ ਉਹਨਾਂ ਰਸਾਂ ਦੇ ਵਿੱਚ ਹੀ ਡੁੱਬਿਆ ਹੋਇਆ ਹੈ। ਔਰ ਇਹਨਾਂ ਰਸਾਂ ਦੇ ਵਿੱਚ ਉਹ ਜੀਵ ਆਪਣੇ ਆਪ ਦੇ ਬਾਰੇ ਕਦੇ ਵੀ ਨਹੀਂ ਸੋਚ ਸਕਦਾ, ਆਪਣੇ ਆਪ ਦੇ ਬਾਰੇ ਕਦੇ ਵੀ ਨਹੀਂ ਦੇਖ ਸਕਦਾ। ਉਹ ਸਿਰਫ ਬਾਹਰਲੀ ਦੁਨੀਆ ਦੇ ਵਿੱਚ ਭਟਕਦਾ ਹੈ, ਉਹਦੇ ਵਿੱਚ ਹੀ ਵਿਲੀਨ ਰਹਿੰਦਾ ਹੈ। ਪਰ ਅਸਲ ਦੇ ਵਿੱਚ ਸੱਚਾਈ ਮਨੁੱਖੀ ਜਾਮੇ ਦੀ ਇਹੀ ਹੈ ਕਿ ਜੀਵ ਨੂੰ ਦੂਜਿਆਂ ਦੇ ਬਾਰੇ ਸੋਚਣ ਦੀ ਬਜਾਏ, ਦੂਜਿਆਂ ਦੇ ਬਾਬਤ ਗੱਲਾਂ ਕਰਨ ਦੇ ਬਜਾਏ ਉਹਨੂੰ ਆਪਣੇ ਆਪ ਨਾਲ ਗੱਲ ਕਰਨੀ ਚਾਹੀਦੀ ਹੈ। ਆਪਣੇ ਆਪ ਦੇ ਗੁਣ ਅਵਗੁਣ ਵਿਚਾਰਨੇ ਚਾਹੀਦੇ ਨੇ, ਆਪਣੇ ਆਪ ਦੇ ਬਾਰੇ ਸੋਚਣਾ ਚਾਹੀਦਾ ਹੈ। ਅਤੇ ਜੇ ਜੀਵ ਇਹ ਕੰਮਾਂ ਦੇ ਵਿੱਚ ਪਿਆ ਹੋਇਆ ਹੈ ਅਤੇ ਜੀਵ ਕਿਤੇ ਵੀ ਪਹੁੰਚ ਨਹੀਂ ਸਕਦਾ। ਉਹ ਜੋ ਪੁਰਾਣੇ ਕਰਮਾਂ ਨੂੰ ਲੈ ਕੇ ਇਸ ਮਨੁੱਖੀ ਜਾਮੇ ਦੇ ਵਿੱਚ ਆਇਆ, ਉਹ ਕਰਮਾਂ ਨੂੰ ਭੋਗਦੇ ਹੋਏ ਜੀਵਨ ਨਿਰਵਾਹ ਕਰਦਾ ਹੈ। ਪਰ ਉਹ ਜੋ 9 ਦੁਆਰਾਂ ਦਾ ਰਸ ਜੀਵ ਨੂੰ ਮਿਲ ਜਾਂਦਾ ਹੈ, ਕਿਸੇ ਦੀ ਚੁਗਲੀ, ਕਿਸੇ ਦੀ ਨਿੰਦਿਆ, ਕਿਸੇ ਦੇ ਘਰ ਦੇ ਵਿੱਚ ਕੀ ਹੁੰਦਾ, ਕੋਈ ਜੀਵ ਕਿਹੋ ਜਿਹਾ ਜੀਵਨ ਨਿਰਵਾਹ ਕਰ ਰਿਹਾ ਹੈ, ਕਿਸੇ ਦੇ ਜੀਵਨ ਦੇ ਵਿੱਚ ਕੀ ਹੋ ਰਿਹਾ ਹੈ, ਆਮ ਜੀਵ ਇਹਨਾਂ ਗੱਲਾਂ ਦੇ ਵਿੱਚ ਹੀ ਡੁੱਬਿਆ ਰਹਿੰਦਾ ਹੈ, ਰੁੱਝਿਆ ਰਹਿੰਦਾ ਹੈ। ਕਿਸੇ ਦੇ ਬਾਬਤ ਮਜ਼ਾਕ ਉਡਾ ਦਿੰਦਾ ਹੈ, ਕਿਸੇ ਦੀ ਨਿੰਦਿਆ ਕਰਦਾ ਹੈ, ਕਿਸੇ ਦਾ ਬੁਰਾ ਸੋਚਦਾ ਹੈ, ਕਿਸੇ ਨੂੰ ਬਹੁਤ ਜ਼ਿਆਦਾ ਨੀਵਾਂ ਸਮਝਦਾ ਹੈ ਔਰ ਸਿਰਫ ਉਹ ਇਹਨਾਂ ਕੰਮਾਂ ਦੇ ਵਿੱਚ ਹੀ ਰਹਿ ਜਾਂਦਾ ਹੈ। ਪਰ ਜੇ ਜੀਵ ਇਹ ਕੰਮ ਛੱਡ ਕੇ ਅੰਦਰ ਜਾਣਾ ਜਦੋਂ ਸ਼ੁਰੂ ਕਰਦਾ ਹੈ, ਆਪਣੇ ਗੁਣ ਆਪਣੇ ਅਵਗੁਣ ਵਿਚਾਰਨ ਲੱਗਦਾ ਹੈ, ਤਾਂ ਜੀਵ ਦੇ ਜੀਵਨ ਦੇ ਵਿੱਚ ਬਦਲਾਵ ਆਉਣਾ ਸ਼ੁਰੂ ਹੁੰਦਾ ਹੈ। ਅਸਲ ਰਸ ਮਨੁੱਖ ਜਾਮੇ ਦਾ ਉਸ ਜੀਵ ਨੂੰ ਮਿਲਣਾ ਸ਼ੁਰੂ ਹੁੰਦਾ ਹੈ। ਉਸ ਤੋਂ ਇਲਾਵਾ ਜੀਵਨ ਦੇ ਵਿੱਚ ਜੋ ਵੀ ਅਸੀਂ ਕੰਮ ਕਾਜ ਕਰ ਰਹੇ ਹਾਂ, ਉਹਨਾਂ ਦੇ ਨਾਲ ਜੀਵਨ ਦੀ ਉੱਨਤੀ ਨਹੀਂ ਹੈ, ਜੀਵਨ ਦਾ ਉଦ୍ਧਾਰ ਨਹੀਂ ਹੈ। ਜਿੰਨੇ ਕੁ ਜੀਵਨ ਦੀ ਤਰੱਕੀ ਹੁੰਦੀ ਹੈ, ਉਹ ਜੋ ਰੋਗ ਲੱਗਦੇ ਨੇ ਸਰੀਰ ਦੇ ਨਾਲ, ਉਹ ਜੀਵ ਉਸ ਆਸਨ 'ਤੇ ਹੀ ਰਹਿ ਜਾਂਦਾ ਹੈ, ਉਸੇ ਜਗ੍ਹਾ 'ਤੇ ਰਹਿ ਜਾਂਦਾ ਹੈ। ਭਾਵ ਜਦੋਂ ਜੀਵ ਦੇ ਕੋਲ ਪੈਸਾ ਧੇਲਾ ਨਹੀਂ ਹੈ, ਖਾਣ ਪੀਣ ਨੂੰ ਚੰਗੇ ਸੁਚੱਜੇ ਢੰਗ ਦਾ ਨਹੀਂ ਹੈ, ਉਹ ਉਹਨਾਂ ਚੀਜ਼ਾਂ ਦੇ ਵਾਸਤੇ ਤਰਸਦਾ ਹੈ। ਪਰ ਜੋ ਪੈਸਾ ਧੇਲਾ, ਉਹ ਜੋ ਜ਼ਮੀਨ, ਉਹ ਜਿਹੜੇ ਰਸਾਂ ਦੀ ਮੰਗ ਕਰਦਾ ਹੈ, ਜਦੋਂ ਆ ਜਾਂਦੇ ਨੇ ਅਤੇ ਇੱਕ ਸਮਾਂ ਆਉਂਦਾ ਕਿ ਸਰੀਰ ਸਾਥ ਨਹੀਂ ਦਿੰਦਾ, ਉਹ ਜਿਹੜੇ ਰਸ ਨੇ ਜੀਵ ਤਾਂ ਵੀ ਭੋਗ ਨਹੀਂ ਸਕਦਾ, ਮਾਣ ਨਹੀਂ ਸਕਦਾ। ਭਾਵ ਕਿਸੇ ਨੂੰ ਡਾਇਬਟੀਜ਼ ਹੋ ਗਈ, ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਗਿਆ, ਕਿਸੇ ਨੂੰ ਕੋਲੈਸਟਰੋਲ ਹੋ ਗਿਆ, ਹੋਰ ਰੋਗ ਲੱਗ ਗਏ, ਜਿਨ੍ਹਾਂ ਦੇ ਕਰਕੇ ਉਹ ਜਿਸ ਚੀਜ਼ ਦੇ ਵਾਸਤੇ ਭਟਕ ਰਿਹਾ ਸੀ, ਉਹ ਜੀਵ ਫਿਰ ਵੀ ਮਾਣ ਨਹੀਂ ਸਕਦਾ। ਉਹ ਜੀਵ ਦੀ ਅਵਸਥਾ ਉਹੀ ਰਹਿ ਜਾਂਦੀ ਹੈ। ਪਰ ਜੋ ਜੀਵ ਆਪਣੇ ਅੰਦਰ ਜਾਣਾ ਸ਼ੁਰੂ ਕਰਦਾ ਹੈ, ਆਪਣੇ ਅੰਦਰ ਦੀਆਂ ਕਮੀਆਂ, ਆਪਣੇ ਅੰਦਰ ਦੀਆਂ ਚੰਗਾਈਆਂ ਨੂੰ ਦੇਖਣਾ ਸ਼ੁਰੂ ਕਰਦਾ ਹੈ, ਉਹ ਜੀਵ ਆਪਣੇ ਜੀਵਨ ਦੇ ਵਿੱਚ ਸਾਰੇ ਰਸ ਮਾਣ ਸਕਦਾ ਹੈ, ਸਾਰੇ ਰੰਗ ਮਾਣ ਸਕਦਾ ਹੈ। ਉਹ ਜਦੋਂ ਅਵਸਥਾ ਆ ਜਾਵੇ, ਜਦੋਂ ਜੀਵ ਅੰਦਰ ਜਾਂਦਾ ਹੈ, ਭਾਵ ਜਦੋਂ ਆਪਣੇ ਨਾਲ ਗੱਲ ਕਰਨੀ ਸ਼ੁਰੂ ਕਰਦਾ ਹੈ, ਅਤੇ ਉਸ ਸਮੇਂ ਦੇ ਵਿੱਚ ਵੀ 2 ਅਵਸਥਾਵਾਂ ਆਉਂਦੀਆਂ ਨੇ। ਪਹਿਲੀ ਅਵਸਥਾ ਉਹ ਹੈ ਜੋ ਜੀਵ ਨੂੰ ਆਪਣੇ ਆਪ ਦੇ ਉੱਪਰ ਬਹੁਤ ਜ਼ਿਆਦਾ ਫਖਰ ਮਹਿਸੂਸ ਕਰਵਾਉਂਦੀ ਹੈ, ਬਹੁਤ ਜ਼ਿਆਦਾ ਘਮੰਡ ਆਉਣ ਲੱਗ ਜਾਂਦਾ ਹੈ। ਭਾਵ ਥੋੜ੍ਹਾ ਵੀ ਜਦੋਂ ਜੀਵ ਨਾਮ ਸਿਮਰਨ ਕਰਨਾ ਸ਼ੁਰੂ ਕਰਦਾ ਹੈ, ਜਦੋਂ ਵੀ ਲੋਕ ਭਲਾਈ ਦਾ ਕੋਈ ਕੰਮ ਕਰਦਾ ਹੈ, ਉਹਨਾਂ ਕੰਮਾਂ ਦੇ ਵਿੱਚ ਆ ਕੇ ਜੀਵ ਆਪਣੇ ਆਪ ਦੇ ਉੱਤੇ ਗਰਵ ਮਹਿਸੂਸ ਕਰਨ ਲੱਗਦਾ ਹੈ। ਉਹ ਗਰਵ ਕਦੋਂ ਘਮੰਡ ਦਾ ਰੂਪ ਲੈ ਲੈਂਦਾ ਹੈ, ਉਸ ਜੀਵ ਨੂੰ ਦੁਬਾਰਾ ਫਿਰ ਬਹੁਤ ਹੇਠਾਂ ਗਿਰਾ ਦਿੰਦਾ ਹੈ। ਉਸ ਅਵਸਥਾ ਦੇ ਵਿੱਚ ਜੀਵ ਨਾ ਆਮ ਜੀਵਾਂ ਦੇ ਵਿੱਚ ਰਹਿ ਸਕਦਾ ਹੈ, ਨਾ ਉਹ ਕਿਸੇ ਮਹਾਂਪੁਰਸ਼ ਦੇ ਵਿੱਚ ਵਿਲੀਨ ਹੋ ਸਕਦਾ ਹੈ। ਉਹੋ ਜਿਹਾ ਮਨੁੱਖ ਜੀਵਨ ਦੇ ਵਿੱਚ ਕਦੇ ਵੀ ਸੁੱਖ ਨਹੀਂ ਪਾ ਸਕਦਾ। ਨਾ ਉਹ ਦੁਨੀਆ ਦੇ ਵਿੱਚ ਖੜ੍ਹਾ ਹੋ ਸਕਦਾ ਹੈ। ਦੁਨੀਆ ਦੇ ਵਿੱਚ ਖੜ੍ਹਾ ਹੁੰਦੇ ਹੋਏ ਜੀਵ ਆਮ ਜੀਵਾਂ ਤੋਂ ਆਪਣੇ ਆਪ ਨੂੰ ਉੱਚਾ ਮੰਨਦਾ ਹੈ, ਪਰ ਜਦੋਂ ਕਿਸੇ ਮਹਾਂਪੁਰਸ਼ ਦੇ ਸਮਕਸ਼ ਖੜ੍ਹਾ ਹੁੰਦਾ ਹੈ, ਉਸ ਸਮੇਂ ਉਸ ਜੀਵ ਨੂੰ ਪਤਾ ਹੁੰਦਾ ਸੱਚ ਦੇ ਵਿੱਚ ਉਹਦਾ ਭਾਂਡਾ ਉਸ ਅਵਸਥਾ ਨੂੰ ਨਹੀਂ ਪ੍ਰਾਪਤ ਕਰ ਸਕਿਆ।
ਉਹ ਵੀ ਇੱਕ ਬਹੁਤ ਔਖੀ ਅਵਸਥਾ ਹੈ ਜੋ ਜੀਵ ਦੇ ਜੀਵਨ ਦੇ ਵਿੱਚ ਨਹੀਂ ਆਉਣੀ ਚਾਹੀਦੀ।